GNDS ਅਕੈਡਮੀ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਧੰਨਵਾਦ। ਸਾਡੇ ਨਾਲ ਜੁੜੇ ਰਹੋ। ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਿਰ ਪਹਿਲਾਂ ਇਹ ਕੰਮ ਕਰ ਲਓ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰਿਓ ਅਤੇ ਸ਼ੇਅਰ ਕਰਿਆ ਕਰੋ। ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ। ਤੁਹਾਨੂੰ ਪਹਿਲਾਂ ਦੀ ਤਰ੍ਹਾਂ ਦੁਬਾਰਾ ਫਿਰ ਦੱਸਿਆ ਜਾਂਦਾ ਕਿ ਇਹ ਵੀਡੀਓਜ਼ ਤੁਹਾਡੇ ਲਈ ਸਪੈਸ਼ਲ ਫॉर ਮਾਸਟਰ ਕੇਡਰ ਅਤੇ ਪੀਟੈਟ ਹੈ। ਇਹ ਪੰਜਾਬ ਗੌਰਮੈਂਟ ਦੇ ਆਲ ਟਾਈਪ ਐਗਜ਼ਾਮ ਹੈ ਜਿਹੜੇ ਉਹਨਾਂ ਦੇ ਵਿੱਚ ਵੀ ਤੁਹਾਡੇ ਲਈ ਮਦਦਗਾਰ ਹੋਣਗੀਆਂ ਜੇਕਰ ਤੁਹਾਡੇ ਸਿਲੇਬਸ ਦੇ ਵਿੱਚ ਤੁਹਾਨੂੰ ਇੰਡੀਅਨ ਹਿਸਟਰੀ ਹੈ। ਆਪਾਂ ਕਰ ਰਹੇ ਹਾਂ ਜੀ ਮੱਧਕਾਲੀਨ ਭਾਰਤ ਦਾ ਇਤਿਹਾਸ, ਜਿਹਦੇ ਵਿੱਚ ਆਪਾਂ ਪਹਿਲਾਂ ਜਿਹੜਾ ਹੈਗਾ ਦਿੱਲੀ ਸਲਤਨਤ ਦਾ ਪਾਰਟ ਕਰ ਚੁੱਕੇ ਹਾਂ ਅਤੇ ਅੱਜ ਆਪਾਂ ਕਰ ਰਹੇ ਹਾਂ ਇਸ ਦਾ ਦੂਜਾ ਪਾਰਟ ਜਿਹੜਾ ਖਿਲਜੀ ਵੰਸ਼ ਹੈ। ਇਹ ਪਾਰਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਵਟਸਐਪ ਲਿੰਕ, ਟੈਲੀਗ੍ਰਾਮ ਲਿੰਕ ਅਤੇ ਫੇਸਬੁੱਕ ਪੇਜ ਦਾ ਲਿੰਕ ਦਿੱਤਾ ਹੋਇਆ। ਉੱਥੋਂ ਤੁਸੀਂ ਸਾਡੇ ਨਾਲ ਵਟਸਐਪ, ਟੈਲੀਗ੍ਰਾਮ ਅਤੇ ਫੇਸਬੁੱਕ 'ਤੇ ਜੁੜ ਸਕਦੇ ਹੋ ਅਤੇ ਲਾਸਟ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਵੀਡੀਓ ਦੇ ਵਟਸਐਪ ਨੰਬਰ ਵੀ ਪ੍ਰੋਵਾਈਡ ਕਰ ਦਿੱਤਾ ਜਾਵੇਗਾ। ਨੋਟਸਾਂ ਦੀ ਪ੍ਰਾਪਤੀ ਦੇ ਲਈ ਤੁਸੀਂ ਸਾਡੇ ਨਾਲ ਸਿਰਫ ਵਟਸਐਪ ਦੇ ਥਰੂ ਹੀ ਕੰਟੈਕਟ ਕਰ ਸਕਦੇ ਹੋ ਜੀ। ਸੋ ਆਓ ਬਿਨਾਂ ਕਿਸੇ ਦੇਰੀ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ, ਜਿਸ ਦਾ ਨਾਮ ਹੈ ਖਿਲਜੀ ਵੰਸ਼। ਜਲਾਲੂਦੀਨ ਫਿਰੋਜ਼ ਖਿਲਜੀ ਹੈ ਜਿਹੜਾ ਇਹ ਸ਼ਾਸਕ ਹੈ ਇਹਦਾ ਸਭ ਤੋਂ ਪਹਿਲਾ, ਇਹੀ ਇਸ ਵੰਸ਼ ਦਾ ਸੰਸਥਾਪਕ ਹੈ। ਖਿਲਜੀ ਵੰਸ਼ ਦਾ ਟੋਟਲ ਟਾਈਮ ਹੈਗਾ ਜੀ 1290 ਤੋਂ 1320 ਈਸਵੀ ਦਾ। ਜਿਹੜਾ ਜਲਾਲੂਦੀਨ ਫਿਰੋਜ਼ ਖਿਲਜੀ ਹੈ ਜਾਂ ਫਿਰੋਜ਼ ਸ਼ਾਹ ਖਿਲਜੀ ਹੈ, ਇਹ 1290 ਤੋਂ 1296 ਈਸਵੀ ਤੱਕ ਰਾਜ ਕਰਦਾ ਹੈ ਅਤੇ ਮਲਿਕ ਫਿਰੋਜ਼ ਇਸ ਦਾ ਦੂਜਾ ਨਾਮ ਹੈ। ਕੈਕੂਬਾਦ ਨੇ ਇਸ ਨੂੰ ਸ਼ਾਇਸਤਾ ਖਾਂ ਦੀ ਉਪਾਧੀ ਦਿੱਤੀ ਸੀ। ਕੈਕੂਬਾਦ ਜਿਹੜਾ ਆਪਾਂ ਦੇਖਿਆ ਬੁਗਰਾ ਖਾਂ ਦਾ ਬੇਟਾ ਸੀ, ਠੀਕ ਹੈ ਜੀ, ਇਹਦਾ ਪੋਤਾ ਸੀਗਾ ਬਲਬਨ ਦਾ। ਅਤੇ ਅਰਜੇ ਮਮਾਲਿਕ ਜਿਹੜਾ ਹੈਗਾ ਇਹਨੂੰ ਲਾਤਾ ਸੀ। ਅਰਜੇ ਮਮਾਲਿਕ ਹੈਗਾ ਜੀ ਉਸ ਟਾਈਮ 'ਤੇ ਸੈਨਾ ਮੰਤਰੀ ਨੂੰ ਕਿਹਾ ਜਾਂਦਾ ਸੀ। ਇਸ ਨੇ ਉਸਦੇ ਪੁੱਤਰ ਨੂੰ ਕਤਲ ਕਰਕੇ ਗੱਦੀ ਹਥਿਆ ਲਈ ਸੀ। ਕੈਕੂਬਾਦ ਦਾ ਪੁੱਤਰ ਹੈ ਜਿਹੜਾ ਬਾਲ ਸੁਲਤਾਨ, ਉਸ ਨੂੰ ਕਤਲ ਕੀਤਾ ਸੀ ਇਸ ਨੇ ਅਤੇ ਗੱਦੀ ਹਥਿਆ ਲਈ ਸੀ, ਭਾਵ ਰਾਜਾ ਆਪ ਬਣ ਗਿਆ ਸੀ। 1290 ਈਸਵੀ ਨੂੰ ਦਿੱਲੀ ਨੇੜੇ ਕਿਲੋਗੜ੍ਹੀ ਦਾ ਇਲਾਕਾ ਹੈ, ਜਿਹਨੂੰ ਕਿਲੋਖਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉੱਥੇ ਇਹ ਰਾਜਗੱਦੀ 'ਤੇ ਬੈਠਦਾ ਹੈ ਅਤੇ ਜਲਾਲੂਦੀਨ ਫਿਰੋਜ਼ ਸ਼ਾਹ ਦੀ ਉਪਾਧੀ ਧਾਰਨ ਕਰਦਾ। ਠੀਕ ਹੈ ਜੀ। ਹੁਣ ਦੇਖੋ ਇੱਥੇ ਧਿਆਨ ਦੇਣ ਵਾਲਾ ਪੁਆਇੰਟ ਤੁਹਾਡੇ ਇਹ ਹੈ ਕਿ ਜਿਹੜਾ ਇਹ ਜਲਾਲੂਦੀਨ ਫਿਰੋਜ਼ ਸ਼ਾਹ ਹੈ, ਇਹਦੀ ਉਪਾਧੀ ਹੈ ਜਲਾਲੂਦੀਨ ਫਿਰੋਜ਼ ਸ਼ਾਹ। ਅਸਲ ਵਿੱਚ ਇਹਦਾ ਨਾਂ ਹੈਗਾ ਮਲਿਕ ਫਿਰੋਜ਼ ਅਤੇ ਖਿਲਜੀ ਇਹਦਾ ਵੰਸ਼ ਹੈ, ਤਾਂ ਕਰਕੇ ਇਹਦੇ ਨਾਂ ਨਾਲ ਖਿਲਜੀ ਲੱਗਦਾ। ਇਹ ਪੁਆਇੰਟ ਕਲੀਅਰ ਕਰ ਲਿਓ। ਇਹ ਸਥਾਨ ਕੈਕੂਬਾਦ ਨੇ ਬਣਾਇਆ ਸੀਗਾ, ਠੀਕ ਹੈ ਜੀ, ਜਿੱਥੇ ਗੱਦੀ 'ਤੇ ਬੈਠਦਾ। ਤਾਂ ਦੱਖਣ ਭਾਰਤ 'ਤੇ ਪਹਿਲਾ ਹਮਲਾ ਜਿਹੜਾ ਇਹ ਜਲਾਲੂਦੀਨ ਨੇ ਕੀਤਾ ਹੈ। ਸਭ ਤੋਂ ਪਹਿਲਾ ਭਾਵ ਕੀ ਹੈ, ਜਿਹੜਾ ਦੱਖਣ 'ਤੇ ਅਟੈਕ ਕਰਦਾ ਉਹ ਜਲਾਲੂਦੀਨ ਹੈ। ਦੇਵਗਿਰੀ 'ਤੇ ਹਮਲਾ ਕਰਦਾ ਉੱਥੋਂ ਦਾ ਸ਼ਾਸਕ ਰਾਮਚੰਦਰ ਹੈ। ਉਹਦੇ ਸਮੇਂ ਕੀ ਹੈ ਜੀ, ਜਿਹੜਾ ਬਲਬੰਦੀ ਹੈਗਾ, ਬਲਬਨ ਦੀ ਜਿਹੜੀ ਹੈਗੀ ਆਪਣੀ ਲਹੂ ਅਤੇ ਲੋਹੇ ਦੀ ਨੀਤੀ, ਉਹਦਾ ਤਿਆਗ ਕਰ ਦਿੰਦਾ ਹੈ ਅਤੇ ਉਦਾਰਵਾਦੀ ਸ਼ਾਸਕ ਬਣ ਜਾਂਦਾ, ਨਰਮ ਸੁਭਾਅ ਵਾਲਾ ਸ਼ਾਸਕ ਬਣ ਕੇ ਪੇਸ਼ ਹੁੰਦਾ। ਇਹ ਬਲਬਨ ਦੇ ਸਿੰਘਾਸਨ 'ਤੇ ਨਹੀਂ ਬੈਠਦਾ ਸੀ ਅਤੇ ਸਤਿਕਾਰ ਵਜੋਂ ਕੁਝ ਘੰਟੇ ਸਿੰਘਾਸਨ ਅੱਗੇ ਖੜ੍ਹਾ ਰਹਿੰਦਾ ਸੀ ਕਿ ਭਾਵੇਂ ਕਹਿੰਦਾ ਸੀ ਕਿ ਮੈਂ ਇਸ ਸਿੰਘਾਸਨ ਦੇ ਯੋਗ ਨਹੀਂ। ਠੀਕ ਹੈ ਜੀ। ਇਹ ਬਹੁਤ ਵੱਡੇ ਸ਼ਾਸਕ ਦਾ, ਸੁਲਤਾਨ ਦਾ ਸਿੰਘਾਸਨ ਹੈ। ਉਹਦੇ ਸਤਿਕਾਰ ਵਜੋਂ ਕੁਝ ਟਾਈਮ ਉਹਦੇ ਸਿੰਘਾਸਨ ਦੇ ਅੱਗੇ ਖੜ੍ਹਾ ਰਹਿੰਦਾ ਸੀਗਾ, ਇੱਕ ਤਰ੍ਹਾਂ ਨਾਲ ਉਹਨੂੰ ਸਤਿਕਾਰ ਦੇਣ ਦੇ ਲਈ। ਕੜਾ ਦਾ ਇੱਕ ਮਲਕ ਸੱਜੂ ਹੈ ਅਤੇ ਅਬਦ ਦਾ ਜਿਹੜਾ ਹਾਤਿਮ ਖਾਂ ਹੈ, ਉਹਨਾਂ ਨੂੰ ਹਰਾਉਣ ਦੇ ਲਈ ਅਰਕਲੀ ਖਾਂ ਦੀ ਅਗਵਾਈ ਹੇਠ ਸੈਨਾ ਭੇਜਦਾ। ਖਿਲਜੀ ਨੇ ਸੂਫੀ ਸੰਤ ਸਿੱਧੀ ਮੌਲਾ ਹੈ ਜਿਹੜਾ, ਠੀਕ ਹੈ ਜੀ, ਸੂਫੀ ਸੰਤ ਹੈ ਇੱਕ ਸਿੱਧੀ ਮੌਲਾ, ਸ਼ੇਖ ਫਰੀਦ ਦਾ ਇਹ ਚੇਲਾ ਸੀ, ਉਹਦਾ ਕਤਲ ਕਰਵਾਇਆ। ਟਾਈਮ ਹੈਗਾ ਜੀ 19 ਜੁਲਾਈ 1296 ਨੂੰ। ਜਲਾਲੂਦੀਨ ਹੈ ਜਿਹੜਾ ਆਪਣੇ ਭਤੀਜੇ ਅਲਾਉਦੀਨ ਨੂੰ ਦੇਵਗਿਰੀ ਜਿੱਤ ਦੀ ਵਧਾਈ ਦੇਣ ਕੜਾ ਦੇ ਸਥਾਨ 'ਤੇ ਪਹੁੰਚਦਾ। ਇੱਥੇ ਬਹੁਤ ਵੱਡੀ ਘਟਨਾ ਵਾਪਰਦੀ ਹੈ ਕਿ ਜਿਹੜਾ ਅਲਾਉਦੀਨ ਹੈ, ਜਿਹਨੂੰ ਆਪਾਂ ਅੱਗੇ ਅਲਾਉਦੀਨ ਖਿਲਜੀ ਦੇ ਨਾਮ ਨਾਲ ਜਾਣਦੇ ਹਾਂ, ਉਹ ਜਲਾਲੂਦੀਨ ਦਾ ਭਤੀਜਾ ਹੈ ਅਤੇ ਨਾਲ ਦੀ ਨਾਲ ਜਵਾਈ ਵੀ ਹੈ, ਕਿਉਂਕਿ ਇਸਲਾਮ ਦੇ ਵਿੱਚ ਜਾਂ ਤੁਰਕੀ ਜਿਹੜਾ ਇਹਨਾਂ ਦਾ ਧਰਮ ਹੈ ਨਾ, ਉਸ ਦੇ ਵਿੱਚ ਇਹ ਰਿਸ਼ਤੇਦਾਰੀਆਂ ਦੇ ਵਿੱਚ ਮੈਰਿਜ ਕਰਵਾਉਂਦੇ ਆ, ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ। ਤਾਂ ਇਹ ਭਤੀਜਾ ਵੀ ਹੈ ਜਿਹੜਾ ਅਲਾਉਦੀਨ ਹੈ ਅਤੇ ਜਵਾਈ ਵੀ ਹੈ ਜਲਾਲੂਦੀਨ ਦਾ। ਇਹ ਕੀ ਕਰਦਾ ਹੈ ਕਿ ਜਿਹੜਾ ਹੈਗਾ ਜਲਾਲੂਦੀਨ 19 ਜੁਲਾਈ 1296 ਨੂੰ ਅਲਾਉਦੀਨ ਨੂੰ ਦੇਵਗਿਰੀ 'ਤੇ ਅਟੈਕ ਕਰਨ ਦੇ ਲਈ, ਦੇਵਗਿਰੀ ਨੂੰ ਜਿੱਤਣ ਦੇ ਲਈ ਭੇਜਦਾ, ਜਿਹੜਾ ਕਿ ਦੱਖਣ ਦਾ ਇਲਾਕਾ ਹੈ ਜਿੱਥੇ ਰਾਮਚੰਦਰ ਜਿਹੜਾ ਰਾਜਾ ਹੈ ਉਹ ਸ਼ਾਸਨ ਕਰਦਾ। ਅਤੇ ਜਦੋਂ ਉਹ ਜਿੱਤ ਜਾਂਦਾ ਤਾਂ ਫਿਰ ਉਹ ਵਾਪਸ ਆਉਂਦਾ ਜਦੋਂ ਅਲਾਉਦੀਨ, ਤਾਂ ਇਹ ਕੜਾ ਦੇ ਇਲਾਕੇ ਦੇ ਸਥਾਨ ਹੈ ਜਿਹੜਾ ਕੜਾ ਦਾ, ਉੱਥੇ ਅਲਾਉਦੀਨ ਹੈ ਜਿਹੜਾ ਉਹਨੂੰ ਮਿਲਣ ਦੇ ਲਈ ਅਲਾਉਦੀਨ ਨੂੰ ਇਹ ਜਲਾਲੂਦੀਨ ਪਹੁੰਚਦਾ ਹੈ।
ਭਾਵ ਇੱਕ ਤਰ੍ਹਾਂ ਨਾਲ ਵਧਾਈ ਦੇਣ ਦੇ ਲਈ ਕਿ ਵੀ ਮੇਰਾ ਭਤੀਜਾ ਜਿਹੜਾ ਅਤੇ ਇੱਕ ਜਵਾਈ ਵੀ ਹੈ ਨਾਲ ਦੀ ਨਾਲ, ਉਹ ਜਿੱਤ ਪ੍ਰਾਪਤ ਕਰਕੇ ਆਇਆ। ਬਹੁਤ ਵੱਡੀ ਜਿੱਤ ਹੁੰਦੀ ਹੈ ਇਹ। ਅਲਾਉਦੀਨ ਕੀ ਕਰਦਾ, ਧੋਖੇ ਨਾਲ ਉਸ ਦਾ ਸਿਰ ਕਲਮ ਕਰਵਾ ਦਿੰਦਾ ਆਪਦੇ ਸੈਨਿਕਾਂ ਤੋਂ ਜੀ, ਅਤੇ ਖੁਦ ਆ ਜਿਹੜਾ ਉਹ ਸੁਲਤਾਨ ਬਣ ਜਾਂਦਾ, ਆਪਣੇ ਆਪ ਨੂੰ ਸੁਲਤਾਨ ਘੋਸ਼ਿਤ ਕਰ ਦਿੰਦਾ। ਹੁਣ ਆਪਾਂ ਕਰਨਾ ਜੀ ਅਲਾਉਦੀਨ ਖਿਲਜੀ ਜਿਹੜਾ ਹੈਗਾ, ਇਹਦਾ ਟਾਈਮ ਹੈ ਜੀ 1296 ਤੋਂ 1316 ਈਸਵੀ। ਜਲਾਲੂਦੀਨ ਖਲਜੀ ਦਾ ਜਵਾਈ ਅਤੇ ਭਤੀਜਾ ਸੀ ਇਹ। 1296 'ਤੇ ਗੱਦੀ 'ਤੇ ਬੈਠਦਾ ਹੈ। ਗੱਦੀ 'ਤੇ ਕਿਵੇਂ ਬੈਠਿਆ ਉਹ ਆਪਾਂ ਪਹਿਲਾਂ ਕਰ ਚੁੱਕੇ ਹਾਂ। ਅਸਲੀ ਨਾਂ ਇਹਦਾ ਗੁਰਸ਼ਸ਼ਪ ਸੀ। ਠੀਕ ਹੈ ਜੀ, ਅਲਾਉਦੀਨ ਖਿਲਜੀ ਦਾ ਅਸਲੀ ਨਾਂ ਕੀ ਸੀ? ਗੁਰਸ਼ਸ਼ਪ। ਪਿਤਾ ਦਾ ਨਾਂ ਸ਼ਹਾਬੂਦੀਨ ਖਿਲਜੀ ਸੀ। ਤਖਤ ਨਸ਼ੀਨੀ ਹੈ ਜਿਹੜੀ ਇਹਦੀ, ਇੱਥੇ ਨਸ਼ੀਲੀ ਪੈ ਗਿਆ, ਤਖਤ ਨਸ਼ੀਨੀ ਇੱਥੇ ਨੰਨਾ ਆਊਗਾ। ਤਖਤ ਨਸ਼ੀਨੀ ਸਮੇਂ ਅਲਾਉਦੀਨ ਨੇ ਅਮੀਰ ਏ ਤੁਜ਼ਕ ਦੀ ਪਾਵਰੀ ਜਿਹੜੀ ਹੈਗੀ ਹੈ ਪਦਵੀ ਉਹ ਹਾਸਲ ਕੀਤੀ ਹੈ। ਇਸ ਨੇ ਜਲਾਲੂਦੀਨ ਦੀ ਪਤਨੀ ਮਲਿਕਾ ਜਹਾਨ ਹੈ ਜਿਹੜੀ, ਮਨਿਕਾ ਪੈ ਗਿਆ, ਮਨਿਕਾ ਜਹਾਨ ਅਤੇ ਪੁੱਤਰ ਅਰਕਲੀ ਖਾਨ ਨੂੰ ਕਤਲ ਕੀਤਾ। ਠੀਕ ਹੈ ਜੀ, ਜਦੋਂ ਹੁਣ ਇਹ ਭਾਵ ਕੀ ਹੈ ਗੱਦੀ 'ਤੇ ਬੈਠ ਜਾਂਦਾ ਤਾਂ ਇਹਨੂੰ ਇਹ ਹੁੰਦਾ ਕਿ ਜਲਾਲੂਦੀਨ ਦੀ ਪਤਨੀ ਹੈ ਅਤੇ ਜਿਹੜਾ ਉਹਦਾ ਪੁੱਤਰ ਹੈ ਉਹ ਉਹਦੇ ਲਈ ਬਗਾਵਤ ਕਰ ਦੇਣਗੇ ਜਾਂ ਉਹਦੇ ਵਿਰੁੱਧ ਹੋ ਸਕਦੇ ਆ, ਤਾਂ ਉਹ ਇਹਨਾਂ ਨੂੰ ਕਤਲ ਕਰਵਾ ਦਿੰਦਾ। ਬਲਬਨ ਦੇ ਲਾਲ ਮਹਿਲ 'ਤੇ ਜਿਹੜਾ ਹੈਗਾ ਇਹ ਤਖਤ ਨਸ਼ੀਨੀ ਕਰਦਾ। ਬਲਬਨ ਨੇ ਜਿਹੜਾ ਲਾਲ ਮਹਿਲ ਬਣਾਇਆ ਸੀਗਾ ਨਾ, ਉਹਦਾ ਸਿੰਘਾਸਨ ਜਿਹੜਾ ਸਜਾਇਆ ਹੋਇਆ ਸੀ, ਉੱਥੇ ਆਪਦੀ ਤਖਤ ਨਸ਼ੀਨੀ ਕਰਦਾ। ਉਲਗ ਖਾਂ, ਨੁਸਰਤ ਖਾਂ, ਜਫਰ ਖਾਂ, ਅਲਫ ਖਾਂ, ਇਹ ਜਿਹੜੇ ਹੈਗੇ ਅਲਾਉਦੀਨ ਖਿਲਜੀ ਦੇ ਪ੍ਰਸਿੱਧ ਨੇਤਾ ਸੀਗੇ ਜੀ। 1297 ਦੇ ਵਿੱਚ ਕੀ ਹੁੰਦਾ ਹੈ ਕਿ ਅਲਾਉਦੀਨ ਹੈ ਜਿਹੜਾ ਉਹ ਗੁਜਰਾਤ ਦੇ ਸ਼ਾਸਕ ਕਰਨਦੇਵ ਨੂੰ ਹਰਾਉਂਦਾ ਅਤੇ ਸੋਮਨਾਥ ਦਾ ਮੰਦਰ ਹੈ ਜਿਹੜਾ ਉਹਨੂੰ ਲੁੱਟਦਾ ਅਤੇ ਉਹਨੂੰ ਨਸ਼ਟ ਕਰਦਾ। ਸਭ ਤੋਂ ਵੱਡੀ ਘਟਨਾ ਇਹ ਹੁੰਦੀ ਹੈ, ਕਰਨਦੇਵ ਨੂੰ ਹਰਾਇਆ ਜਾਂਦਾ ਗੁਜਰਾਤ ਦਾ ਸ਼ਾਸਕ ਹੈ ਜਿਹੜਾ, ਅਤੇ ਸੋਮਨਾਥ ਦੇ ਮੰਦਰ ਨੂੰ ਲੁੱਟਿਆ ਅਤੇ ਨਸ਼ਟ ਕੀਤਾ ਜਾਂਦਾ, ਉਹ ਮੰਦਰ ਨੂੰ ਢਾਹਿਆ ਜਾਂਦਾ ਅਲਾਉਦੀਨ ਦੁਆਰਾ। ਅਲਾਉਦੀਨ ਖਿਲਜੀ ਇਸ ਨੇ ਬੜੋਚ ਅਤੇ ਖੰਬਾਤ ਦੀਆਂ ਬੰਦਰਗਾਹਾਂ ਨੂੰ ਲੁੱਟਿਆ। ਠੀਕ ਹੈ ਜੀ, ਬੜੋਚ ਅਤੇ ਖੰਬਾਤ ਦੀਆਂ ਬੰਦਰਗਾਹਾਂ ਹੈ ਉਹਨਾਂ ਨੂੰ ਵੀ ਇਹ ਲੁੱਟਦਾ, ਜਿਹੜੇ ਉਸ ਸਮੇਂ 'ਤੇ ਮਹਾਨ ਵਪਾਰਕ ਕੇਂਦਰ ਹੈ। 100 ਦਿਨਾਰ ਵਿੱਚ ਹਿੰਦੂ ਨਪੁੰਸਕ ਹੈ ਜਿਹੜਾ, ਇੱਕ ਹਿੰਦੂ ਨਪੁੰਸਕ ਪਊਗਾ ਇੱਥੇ। ਠੀਕ ਹੈ ਜੀ, ਹਿੰਦੂ ਨਪੁੰਸਕ ਮਲਿਕ ਕਫੂਰ ਨੂੰ ਖਰੀਦਦਾ। ਹੁਣ ਦੇਖੋ 100 ਦਿਨਾਰ ਦੇ ਵਿੱਚ ਇਹ ਉੱਥੇ ਹੀ ਇੱਕ ਹਿੰਦੂ ਨਪੁੰਸਕ ਹੈ, ਇਹਨੂੰ ਹਿਜੜਾ ਵੀ ਕਹਿ ਦਿੰਦੇ ਆ। ਠੀਕ ਹੈ, ਤਾਂ ਉਹਦਾ ਨਾਮ ਹੈਗਾ ਜੀ ਮਲਿਕ ਕਫੂਰ, ਉਹਨੂੰ ਇਹ ਖਰੀਦ ਲੈਂਦਾ। ਇਹ ਇੰਨਾ ਕੁ ਮਹਾਨ ਜਿਹੜਾ ਹੈਗਾ ਸੈਨਾਪਤੀ ਹੁੰਦਾ, ਯੋਧਾ ਹੁੰਦਾ ਇਹ ਮਲਿਕ ਕਫੂਰ, ਕਿ ਦੱਖਣ ਭਾਰਤ ਦੇ ਵਿੱਚ ਜਿਹੜੀ ਜਿੱਤ ਹੈ ਅਲਾਉਦੀਨ ਦੀ, ਉਹ ਇਹਦੇ ਬਿਨਾਂ ਸੰਭਵ ਹੀ ਨਹੀਂ ਸੀ। ਇੰਨੀ ਬਹਾਦਰੀ ਦੇ ਨਾਲ ਇਹ ਲੀਡ ਕਰਦਾ ਹੈ ਅਲਾਉਦੀਨ ਦੀ ਸੈਨਾ ਨੂੰ, ਅਲਾਉਦੀਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਾ ਹੈ। ਅਤੇ ਮਲਿਕ ਕਫੂਰ ਹੈ ਜਿਹੜਾ, ਉਹ ਬਹੁਤ ਹੀ ਵੱਡਾ ਰੋਲ ਅਦਾ ਕਰਦਾ ਹੈ ਅਲਾਉਦੀਨ ਖਿਲਜੀ ਦੀ ਦੱਖਣ ਭਾਰਤ ਦੀ ਜਿੱਤ ਦੇ ਵਿੱਚ। 1296 ਈਸਵੀ ਦੇ ਵਿੱਚ ਰਣਥੰਭੋਰ ਦੇ ਰਾਜਾ ਹਮੀਰ ਦੇਵ ਨੂੰ ਹਰਾਉਂਦਾ ਜੀ ਇਹ ਮਲਿਕ ਕਫੂਰ ਹਰਾਉਂਦਾ ਅਲਾਉਦੀਨ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ। 1303 ਈਸਵੀ ਦੇ ਵਿੱਚ ਪਦਮਾਵਤੀ ਨੂੰ ਹਾਸਲ ਕਰਨ ਲਈ ਮੇਵਾੜ 'ਤੇ ਹਮਲਾ ਕਰਦਾ ਅਤੇ ਰਾਜਾ ਰਤਨ ਸਿੰਘ ਨੂੰ ਹਰਾਉਂਦਾ। ਪਦਮਾਵਤੀ ਨੂੰ ਹਾਸਲ ਨਹੀਂ ਕਰ ਸਕਦਾ। 1303 ਈਸਵੀ ਦੇ ਵਿੱਚ ਚਿਤੌੜ ਨੂੰ ਜਿੱਤ ਕੇ ਆਪਣੇ ਪੁੱਤਰ ਖਿਜਰ ਖਾਂ ਨੂੰ ਉੱਥੋਂ ਦਾ ਸ਼ਾਸਕ ਬਣਾਉਂਦਾ ਅਤੇ ਚਿਤੌੜ ਨੂੰ ਖਿਜਰਾਬਾਦ ਦਾ ਨਾਂ ਦਿੰਦਾ। 1305 ਈਸਵੀ ਦੇ ਵਿੱਚ ਜਿਹੜਾ ਹੈਗਾ ਮਾਲਵਾ ਨੂੰ ਜਿੱਤਦਾ। ਹੁਣ ਇਹ ਸਟੋਰੀ ਹੈ ਜਿਹੜੀ, ਸਮਝ ਲਓ ਤੁਸੀਂ ਕਿ ਪਦਮਾਵਤੀ ਮੂਵੀ ਤੁਸੀਂ ਦੇਖੀ ਹੋਊਗੀ, ਹਿੰਦੀ ਮੂਵੀ, ਲਗਭਗ ਉਹ ਮੂਵੀ ਜਿਹੜੀ ਇਸ ਕਹਾਣੀ ਦੇ ਵਿੱਚੋਂ, ਇਸ ਸਟੋਰੀ ਦੇ ਵਿੱਚੋਂ, ਇਸ ਇਤਿਹਾਸ ਦੇ ਪਾਰਟ ਦੇ ਵਿੱਚੋਂ ਨਿਕਲੀ ਹੈ। ਕੁਛ ਕੁ ਜਿਹੜੇ ਮੂਵੀ ਦੇ ਵਿੱਚ ਮਸਾਲਾ ਲਾ ਦਿੰਦੇ ਹੁੰਦੇ ਆ ਨਾ, ਕਿ ਮੂਵੀ ਨੂੰ ਆਪ ਕੀ ਸਕਰੀਨ 'ਤੇ ਉਹਨਾਂ ਨੇ ਲੈ ਕੇ ਆਉਣਾ ਹੁੰਦਾ, ਪਰ ਜਿਹੜਾ ਉਹਦਾ ਬੇਸ ਹੈ ਉਹ ਇਹ ਪਦਮਾਵਤੀ ਦੀ ਸਟੋਰੀ ਨਾਲ ਰਿਲੇਟਡ ਹੈ। ਹੁਣ ਜਿਹੜੀ ਪਦਮਾਵਤੀ ਹੈ ਜੀ, ਉਹਨੂੰ ਹਾਸਲ ਕਰਨਾ ਚਾਹੁੰਦਾ ਹੁੰਦਾ, ਉਹਨੂੰ ਆਪਦੀ ਰਾਣੀ ਬਣਾਉਣਾ ਚਾਹੁੰਦਾ ਹੁੰਦਾ, ਪਰ ਜਦੋਂ ਉਹ ਇਨਕਾਰ ਕਰ ਦਿੰਦਾ ਤਾਂ ਰਾਜਾ ਰਤਨ ਹੈ ਜਿਹੜਾ, ਰਾਜਾ ਰਤਨ ਜਿਹੜਾ ਪਦਮਾਵਤੀ ਦਾ ਪਤੀ ਹੈ, ਇਹ ਉਹਨੂੰ ਹਰਾ ਦਿੰਦਾ ਯੁੱਧ ਦੇ ਵਿੱਚ। ਅਤੇ ਨਾਲ ਦੀ ਨਾਲ ਜਿਹੜੀ ਪਦਮਾਵਤੀ ਹੈ ਉਹਨੂੰ ਇਹ ਹਾਸਲ ਕਰਨ ਦੇ ਲਈ ਜਦੋਂ ਮਹਿਲਾਂ ਵੱਲ ਵੱਧਦਾ ਹੈ, ਤਾਂ ਪਦਮਾਵਤੀ ਜਿਹੜੀ ਆਪਦੀਆਂ ਦਾਸੀਆਂ ਅਤੇ ਆਪਦੀਆਂ ਸੇਵਕਾਵਾਂ ਜਿਹੜੀਆਂ ਉਹਦੀਆਂ, ਉਹਨਾਂ ਦੇ ਨਾਲ ਜਿਹੜੀ ਹੈਗੀ ਹੈ ਜੌਹਰ ਪ੍ਰਥਾ ਨੂੰ ਸਮਰਪਿਤ ਹੋ ਕੇ ਆਪਣੇ ਆਪ ਨੂੰ ਜਿਹੜੀ ਹੈਗੀ ਹੈ ਸ਼ਹੀਦ ਕਰ ਲੈਂਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਉਹ ਪਦਮਾਵਤੀ ਨੂੰ ਹਾਸਲ ਨਹੀਂ ਕਰ ਸਕਦਾ। ਇਸੇ ਗੁੱਸੇ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਜਿਹੜਾ ਮੇਵਾੜ ਦਾ ਇਲਾਕਾ ਹੈ ਜਾਂ ਮੇਵਾੜ ਦਾ ਕਿਲ੍ਹਾ ਹੈ, ਉਹਨੂੰ ਲੁੱਟਿਆ ਜਾਂਦਾ, ਲੋਕਾਂ ਨੂੰ ਕੁੱਟਿਆ ਜਾਂਦਾ ਇਸੇ ਗੁੱਸੇ ਦੇ ਵਿੱਚ ਅਲਾਉਦੀਨ ਦੀਆਂ ਫੌਜਾਂ ਦੁਆਰਾ, ਅਲਾਉਦੀਨ ਖਲਜੀ ਦੇ ਆਰਡਰ 'ਤੇ। ਚਿਤੌੜ ਨੂੰ ਜਿੱਤ ਕੇ ਜਦੋਂ ਇਹ ਆਪਣਾ ਪੁੱਤਰ ਹੈ ਜਿਹੜਾ ਖਿਜਰ ਖਾਂ, ਉਹਨੂੰ ਉੱਥੋਂ ਦਾ ਸ਼ਾਸਕ ਬਣਾ ਕੇ ਆਪ ਫਿਰ ਵਾਪਸ ਆ ਜਾਂਦਾ। ਚਿਤੌੜ ਦਾ ਨਾਂ ਜਿਹੜਾ ਉਹ ਖਿਜਰਾਬਾਦ ਰੱਖ ਦਿੰਦਾ। ਠੀਕ ਹੈ ਜੀ, ਆਪਦੇ ਪੁੱਤਰ ਦੇ ਨਾਮ 'ਤੇ।
ਤਾਂ ਹੁਣ 1305 ਈਸਵੀ ਦੇ ਵਿੱਚ ਇਹ ਮਾਲਵਾ ਨੂੰ ਜਿੱਤ ਲੈਂਦਾ ਹੈ। ਅਲਾਉਦੀਨ ਖਾਲਜੀ ਹੈ ਜਿਹੜਾ, ਇਹ ਬਹੁਤ ਬਹੁਤ ਹੀ ਵੱਡਾ ਜਿਹੜਾ ਮੱਧਕਾਲੀਨ ਭਾਰਤ ਦਾ ਯੋਧਾ ਹੈ, ਸ਼ਾਸਕ ਹੈ, ਜਿਨੇ ਤਲਵਾਰ ਦੇ ਨਾਲ ਤੇ ਆਪਦੇ ਪ੍ਰਸ਼ਾਸਨਿਕ ਵਿਵਸਥਾ ਦੇ ਨਾਲ ਦੇਸ਼ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਰਥਿਕ ਤੇ ਰਾਜਨੀਤਿਕ ਕ੍ਰਾਂਤੀ ਲੈ ਕੇ ਆਂਦੀ ਸੀ। ਅਲਾਉਦੀਨ ਖਲਜੀ ਹੈ ਜਿਹੜਾ ਜੀ, ਇਹਦੇ ਸੁਧਾਰ ਹੈ ਜਿਹੜੇ, ਖਾਸ ਕਰਕੇ ਮਾਰਕੀਟ ਰਿਫਾਰਮ ਹੈ ਜਿਹੜੇ, ਉਹ ਬੇਸ ਆ ਆਪਣੀ ਅੱਜ ਦੀ ਮਾਰਕੀਟਿੰਗ ਦਾ। ਭਾਰਤ ਦੀ ਅੱਜ ਦੀ ਮਾਰਕੀਟਿੰਗ ਹੈ ਜਿਹੜੀ, ਉਹਦਾ ਬੇਸ ਪੁਆਇੰਟ ਹੈ ਅਲਾਉਦੀਨ ਖਲਜੀ ਦੇ ਜਿਹੜੇ ਰਿਫਾਰਮ ਹੈ, ਜਿਹੜੇ ਮਾਰਕੀਟ ਰਿਫਾਰਮ ਹੈ। ਅੱਗੇ ਕਰਦੇ ਹਾਂ ਉਹਨਾਂ ਬਾਰੇ ਆਪਾਂ ਗੱਲ। 1309 ਈਸਵੀ ਦੇ ਵਿੱਚ ਸ਼ਿਵਾਨਾ ਅਤੇ ਜਲੌਰ ਨੂੰ ਜਿੱਤਦਾ ਇਹ। ਇਹਦੀਆਂ ਜਿਹੜੀਆਂ ਥਿਊਰੀਆਂ ਇਹਦੀਆਂ ਜਿੱਤਾਂ ਦੀਆਂ, ਉਹ ਤੁਸੀਂ ਕਿਸੇ ਵੀ ਬੁੱਕ ਤੋਂ ਪੜ੍ਹ ਸਕਦੇ ਹੋ, ਲਾਈਕ AC ਅਰੋੜਾ, ਠੀਕ ਹੈ ਜੀ, ਜਾਂ NCERT ਜਾਂ ਪੰਜਾਬ ਬੋਰਡ ਦੀਆਂ ਬੁੱਕਸ, ਉਹਨਾਂ ਤੋਂ ਤੁਸੀਂ ਇਹਨਾਂ ਦੀ ਥਿਊਰੀ ਨੂੰ ਸਮਝ ਸਕਦੇ ਹੋ। ਅਲਾਉਦੀਨ ਪਹਿਲਾ ਮੁਗਲ ਸੁਲਤਾਨ ਸੀ ਜਿਸ ਨੇ ਨਰਮਦਾ ਨਦੀ ਦੇ ਪਾਰ ਦੇ ਇਲਾਕੇ ਜਿੱਤੇ। ਸਭ ਤੋਂ ਪਹਿਲਾਂ ਇਹ ਸੁਲਤਾਨ ਸੀਗਾ ਜਿਹਨੇ ਨਰਮਦਾ ਨਦੀ ਨੂੰ ਪਾਰ ਕੀਤਾ ਦੱਖਣ ਭਾਰਤ ਦੇ ਵਿੱਚ। ਦੱਖਣੀ ਇਲਾਕੇ ਜਿੱਤਣ ਵਿੱਚ ਮਲਕ ਕਫੂਰ ਨੇ 1306 ਤੋਂ 1313 ਈਸਵੀ ਤੱਕ ਅਹਿਮ ਰੋਲ ਅਦਾ ਕੀਤਾ। ਦੇਵਗਿਰੀ ਦੀ ਜਿੱਤ ਹੈ ਇਹਦੀ ਜੀ 1306 ਅਤੇ 1313 ਈਸਵੀ, ਦੋ ਵਾਰ ਜਿੱਤਿਆ ਜਾਂਦਾ ਦੇਵਗਿਰੀ ਨੂੰ। 1306 ਈਸਵੀ ਦੇ ਵਿੱਚ ਆਪਾਂ ਪਹਿਲਾਂ ਕਰਕੇ ਹਟੇ ਹਾਂ, ਪਰ ਜਦੋਂ ਫਿਰ ਉੱਥੇ ਸੁਤੰਤਰ ਜਿਹੜਾ ਹੈਗਾ ਆਪਦੇ ਆਪ ਨੂੰ ਰਾਜਾ ਘੋਸ਼ਿਤ ਕਰ ਦਿੰਦਾ ਹੈ, ਜਾਣੀ ਕਿ ਬਗਾਵਤ ਹੋ ਜਾਂਦੀ ਹੈ, ਤਾਂ 1313 ਦੇ ਵਿੱਚ ਫਿਰ ਇਹ ਦੁਬਾਰਾ ਅਲਾਉਦੀਨ ਹੈ ਜਿਹੜਾ ਮਲਕ ਕਫੂਰ ਦੇ ਅਗਵਾਈ ਦੇ ਵਿੱਚ ਇਹ ਜਿਹੜੀ ਹੈਗੀ ਹੈ ਸੈਨਾ ਲੜਦੀ ਹੈ ਯੁੱਧ, ਅਤੇ ਜਿਹੜੀ ਹੈਗੀ ਦੇਵਗਿਰੀ ਦਾ ਇਲਾਕਾ ਉਹ ਜਿੱਤਿਆ ਜਾਂਦਾ। ਬਰੰਗਲ ਦੀ ਜਿੱਤ 1309 ਈਸਵੀ ਦੇ ਵਿੱਚ ਹੁੰਦੀ ਹੈ। ਮਲਕ ਕਫੂਰ ਹੈ ਜਿਹੜਾ, ਉਹ ਰੁਦਰਦੇਵ ਨੂੰ ਹਰਾਉਂਦਾ ਹੈ। ਰੁਦਰਦੇਵ ਰਾਜਾ ਹੈ, ਬਹੁਤ ਬਹਾਦਰ ਪ੍ਰਤਾਪੀ ਰਾਜਾ ਹੈ, ਉਹਨੂੰ ਹਰਾਇਆ ਜਾਂਦਾ ਮਲਕ ਕਫੂਰ ਦੁਆਰਾ। ਮਲਕ ਕਫੂਰ ਕੌਣ ਆ? ਉਹ ਨਪੁੰਸਕ ਜਾਂ ਉਹ ਜਿਹੜਾ ਜਿਸ ਨੂੰ 100 ਦਿਨਾਰ ਦੇ ਕੇ ਗੁਜਰਾਤ ਦੀ ਮੰਡੀ ਦੇ ਵਿੱਚੋਂ ਖਰੀਦਿਆ ਸੀ ਅਲਾਉਦੀਨ ਨੇ। ਅਤੇ ਇੱਥੇ ਇਹਦੇ ਕੋਲ ਜਿਹੜਾ ਰੁਦਰਦੇਵ ਹੈ, ਇਹਦੇ ਕੋਲ ਹੁੰਦਾ ਜੀ ਬਹੁਤ ਹੀ ਵਧੀਆ ਕੋਹੇ ਨੂਰ ਹੀਰਾ, ਜਿਹੜਾ ਦੁਨੀਆ ਦਾ ਪ੍ਰਸਿੱਧ ਹੀਰਾ ਹੈ, ਜਿਹੜਾ ਸਿੱਖ ਸਾਮਰਾਜ ਦੇ ਕੋਲ ਵੀ ਰਿਹਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕੋਲ ਵੀ ਰਿਹਾ। ਅਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ 'ਚ ਅੰਗਰੇਜ਼ਾਂ ਦੇ ਜਿਹੜੇ ਹੈਗੇ ਮਿਊਜ਼ੀਅਮ ਦਾ ਪਾਰਟ ਬਣਿਆ ਕੋਹੇ ਨੂਰ ਹੀਰਾ, ਜਾਂ ਮਹਾਰਾਣੀ ਦੇ ਜਿਹੜਾ ਹੈਗਾ ਮੁਕਟ ਦਾ ਸ਼ਿੰਗਾਰ ਬਣਿਆ ਐਲਿਜ਼ਾਬੈਥ ਦੇ। ਅਤੇ ਕੋਹੇ ਨੂਰ ਹੀਰਾ ਇੱਥੋਂ ਹਾਸਲ ਹੁੰਦਾ ਜੀ ਅਲਾਉਦੀਨ ਖਿਲਜੀ ਨੂੰ, ਮਲਕ ਕਫੂਰ ਦੀ ਅਗਵਾਈ ਦੇ ਵਿੱਚ, ਜਿਹੜੀ ਰੁਦਰਦੇਵ ਨੂੰ ਹਰਾਉਂਦਾ। ਬਰੰਗਲ ਦੀ ਜਿੱਤ ਹੈ, ਬਹੁਤ ਇੰਪੋਰਟੈਂਟ ਪੁਆਇੰਟ ਹੈ ਇਹ। ਇਹਦੀ ਡਿਟੇਲ ਥਿਊਰੀ ਤੁਸੀਂ NCERT, AC ਅਰੋੜਾ ਅਤੇ ਪੰਜਾਬ ਬੋਰਡ ਦੀਆਂ ਬੁੱਕਸ ਤੋਂ ਪੜ੍ਹ ਸਕਦੇ ਹੋ। 23 ਜੂਨ 1310 ਈਸਵੀ ਨੂੰ ਕਫੂਰ ਅਪਾਰ ਧਨ ਦੌਲਤ ਲੈ ਕੇ ਦਿੱਲੀ ਪਹੁੰਚਦਾ। ਅਪਾਰ ਭਾਵ ਜਿੰਨਾ ਲੁੱਟਦਾ ਧਨ ਦੌਲਤ ਦੱਖਣ ਭਾਰਤ ਦੇ ਵਿੱਚੋਂ ਸੋਨਾ, ਖਾਸ ਕਰਕੇ ਮੰਦਰਾਂ ਤੋਂ, ਠੀਕ ਹੈ ਜੀ, ਅਤੇ ਜਾਂ ਹੋਰ ਲੁੱਟਦੇ ਜਿਵੇਂ ਹਾਥੀ ਵਗੈਰਾ, ਘੋੜੇ ਵਗੈਰਾ, ਸਾਧਨ ਹੈ ਜਿਹੜੇ ਜਿੰਨੇ ਵੀ ਲੁੱਟਦੇ ਉਹਦੇ ਕੋਲੇ ਹੁੰਦੇ ਆ, ਸਾਰੇ ਲੈ ਕੇ 23 ਜੂਨ 1310 ਈਸਵੀ ਨੂੰ ਮਲਕ ਕਫੂਰ ਹੈ ਜਿਹੜਾ ਦਿੱਲੀ ਦੇ ਵਿੱਚ ਐਂਟਰ ਹੁੰਦਾ ਹੈ, ਅਲਾਉਦੀਨ ਖਿਲਜੀ ਦੇ ਕੋਲ ਪਹੁੰਚਦਾ। 1311 ਈਸਵੀ ਦੇ ਵਿੱਚ ਜਿਹੜਾ ਹੈਗਾ ਮਦਰਾ ਨੂੰ ਜਿੱਤਦਾ, ਦਿੱਲੀ ਦੇ ਵਿੱਚ ਪਹੁੰਚਦਾ। ਪਹੁੰਚ ਕੇ ਉੱਥੇ ਉਹਨੂੰ ਸਮਰਪਿਤ ਕਰਕੇ ਧਨ ਦੌਲਤ ਅਤੇ ਮਧੁਰਾ ਦਾ ਇਲਾਕਾ ਜਿਹੜਾ ਉਹ ਜਿੱਤਿਆ ਜਾਂਦਾ ਹੈ, ਜਿਹਨੂੰ ਆਪਾਂ ਮਥੁਰਾ ਵੀ ਕਹਿ ਦਿੰਦੇ ਹਾਂ ਅਜੋਕੇ ਸਮੇਂ ਦੇ ਵਿੱਚ। ਇਸ ਦਾ ਸਾਮਰਾਜ ਹੈ ਜਿਹੜਾ ਉਹ ਬ੍ਰਹਮਪੁੱਤਰ ਨਦੀ ਤੋਂ ਲੈ ਕੇ ਪੱਛਮ ਵਿੱਚ ਅਰਬ ਸਾਗਰ, ਬ੍ਰਹਮਪੁੱਤਰ ਨਦੀ ਉੱਪਰ ਅਤੇ ਪੱਛਮ ਦੇ ਵਿੱਚ ਅਰਬ ਸਾਗਰ, ਅਤੇ ਹਿਮਾਲਿਆ ਤੋਂ ਲੈ ਕੇ ਦੱਖਣ ਵਿੱਚ ਮਧੁਰਾ ਤੱਕ ਫੈਲਿਆ ਹੋਇਆ ਸੀ, ਜਿਹਨੂੰ ਮਥੁਰਾ ਕਹਿ ਦਿੰਦੇ। ਅਲਾਉਦੀਨ ਖਿਲਜੀ ਨੇ ਦਾਗ ਅਤੇ ਹੁਲੀਆ ਪ੍ਰਣਾਲੀ ਸ਼ੁਰੂ ਕੀਤੀ ਸੀ। ਘੋੜਿਆਂ ਦਾ ਰਿਕਾਰਡ ਰੱਖਣ ਦੇ ਲਈ ਘੋੜਿਆਂ ਨੂੰ ਦਾਗਿਆ ਜਾਂਦਾ ਸੀ, ਉਸ ਨੂੰ ਕਹਿੰਦੇ ਸੀ ਜੀ ਦਾਗ ਪ੍ਰਥਾ। ਅਤੇ ਸੈਨਿਕਾਂ ਦਾ ਜਿਹੜਾ ਰਿਕਾਰਡ, ਕਿਉਂਕਿ ਉਦੋਂ ਕੈਮਰੇ ਵਗੈਰਾ ਤਾਂ ਹੁੰਦੇ ਨਹੀਂ ਸੀ, ਠੀਕ ਹੈ ਜੀ, ਤਾਂ ਉਹਨਾਂ ਦਾ ਹੁਲੀਆ ਜਿਹੜਾ ਉਹਦਾ ਰਿਕਾਰਡ ਰੱਖਣ ਦੇ ਲਈ ਜਿਹੜਾ ਹੈਗਾ, ਜਿਹੜੀ ਪ੍ਰਥਾ ਪ੍ਰਚਲਿਤ ਸੀਗੀ, ਉਹਨੂੰ ਕਹਿੰਦੇ ਸੀ ਘੋੜਿਆਂ ਨੂੰ ਦਾਗਿਆ ਜਾਂਦਾ ਸੀ, ਉਸ ਨੂੰ ਕਹਿੰਦੇ ਸੀ ਦਾਗ ਪ੍ਰਥਾ। ਅਤੇ ਸੈਨਿਕਾਂ ਦਾ ਜਿਹੜਾ ਹੁਲੀਆ ਜਾਂ ਉਹਨਾਂ ਦਾ ਚਿਹਰੇ ਦਾ ਰਿਕਾਰਡ ਰੱਖਣ ਦੇ ਲਈ ਜਿਹੜੀ ਪ੍ਰਥਾ ਪ੍ਰਚਲਿਤ ਸੀ, ਉਹਨੂੰ ਕਹਿੰਦੇ ਸੀ ਹੁਲੀਆ ਪ੍ਰਥਾ। ਦਾਗ ਅਤੇ ਹੁਲੀਆ ਪ੍ਰਥਾ ਸ਼ੁਰੂ ਕਰਨ ਵਾਲਾ ਅਲਾਉਦੀਨ ਖਲਜੀ ਹੈ। ਬਾਅਦ 'ਚ ਇਹਨੂੰ ਸਾਰੇ ਰਾਜੇ ਆ ਜਿਹੜੇ ਉਹ ਅਡੋਪਟ ਕਰਦੇ ਆ, ਜਿੰਨਾ ਟਾਈਮ ਆਧੁਨਿਕ ਯੁੱਗ ਦੇ ਵਿੱਚ ਐਂਟਰ ਨਹੀਂ ਹੁੰਦਾ ਮਨੁੱਖ। ਤੋਲ ਅਤੇ ਨਾਪ ਦੇ ਪੈਮਾਨੇ ਨਿਰਧਾਰਤ ਕਰਦਾ, ਅਤੇ ਘੱਟ ਤੋਲਣ ਵਾਲਿਆਂ ਦੇ ਸਰੀਰ ਦਾ ਮਾਸ ਪੱਟ ਦਿੱਤਾ ਜਾਂਦਾ ਸੀ। ਸਖਤ ਸਜ਼ਾ ਦੇਖੋ ਕਿੰਨੀ ਸੀ।
ਤੋਲ ਦੇ ਅਤੇ ਨਾਪ ਦੇ ਪੈਮਾਨੇ, ਭਾਵ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਤੱਕੜੀ ਦੇ ਵੱਟੇ, ਠੀਕ ਹੈ, ਉਸ ਤਰ੍ਹਾਂ ਨਾਲ ਵੇਟ ਆ ਜਿਹੜਾ ਉਹ ਨਿਰਧਾਰਿਤ ਕਰਦਾ ਹੈ ਕਿ ਇੰਨੇ ਕਿਲੋ ਦੀ, ਇੰਨੇ ਗ੍ਰਾਮਾਂ ਦੀ ਇਹ ਚੀਜ਼ ਹੋਊਗੀ, ਹੈ ਨਾ। ਅਤੇ ਉਵੇਂ ਹੀ ਜਿਹੜਾ ਹੈਗਾ ਨਾਪਣ ਦੇ ਲਈ 1 ਲੀਟਰ, 2 ਲੀਟਰ, 4 ਲੀਟਰ, ਕਿਲੋ, 2 ਕਿਲੋ, ਅੱਧਾ ਕਿਲੋ, ਸੇਰ, 2 ਸੇਰ, ਐਵੇਂ ਹੁੰਦਾ ਸੀ ਉਦੋਂ, ਠੀਕ ਹੈ। ਕਿਲੋ ਦੇ ਵਿੱਚ ਨਹੀਂ ਸੀ, ਸੇਰਾਂ ਦਸੇਰਾਂ ਦੇ ਵਿੱਚ, ਪਾਈਆ, ਸਟਾਂਕ, ਇਹਨਾਂ ਦੇ ਵਿੱਚ ਸੀ। ਤਾਂ ਉਹ ਪੈਮਾਨੇ ਨਿਰਧਾਰਿਤ ਕਰਦਾ, ਆ ਉਹ ਚੀਜ਼ ਨੂੰ ਲੈ ਕੇ ਆਉਂਦਾ। ਇਹ ਕਿੱਡਾ ਵੱਡਾ ਕੰਮ ਹੈ ਇਹਦਾ, ਕਿੱਡਾ ਵੱਡਾ ਰਿਫੋਰਮ ਹੈ ਮਾਰਕੀਟ ਦੇ ਵਿੱਚ। ਅਤੇ ਜਿਹੜਾ ਘੱਟ ਤੋਲੂਗਾ ਉਹਦੇ ਲਈ ਸਜ਼ਾ ਦੇਖੋ, ਸਰੀਰ ਦਾ ਮਾਸ ਆ ਜਿਹੜਾ ਉਹ ਪੱਟ ਦਿੱਤਾ ਜਾਂਦਾ ਸੀ। ਸਰੀਰ ਦਾ ਮਾਸ ਹੈ ਕੀ ਹੈ, ਉਹਨੂੰ ਪੱਟ ਦਿੱਤਾ ਜਾਂਦਾ ਸੀਗਾ ਕਿ ਇਹਨੇ ਘੱਟ ਤੋਲਿਆ, ਉਹਨੂੰ ਸਜ਼ਾ ਦਿੱਤੀ ਜਾਂਦੀ ਸੀ। ਜਮਾਇਤ ਖਾਨਾ, ਜਿਹਨੂੰ ਆਪਾਂ ਜਾਮਾ ਮਸਜਿਦ ਕਹਿੰਦੇ ਹਾਂ, ਅਲਾਈ ਦਰਵਾਜ਼ਾ, ਸ੍ਰੀ ਦਾ ਕਿਲ੍ਹਾ, ਹਜ਼ਾਰ ਖੰਭਾ ਮਹਿਲ, ਇਹਨੂੰ ਬਣਾਉਣ ਵਾਲਾ ਅਲਾਉਦੀਨ ਹੈ ਜੀ। ਇਹਦੀਆਂ ਸਾਹਿਤਕ ਅਤੇ ਇਤਿਹਾਸਕ ਇਮਾਰਤਾਂ ਹੈ ਜਮਾਇਤ ਖਾਨਾ, ਜਾਮਾ ਮਸਜਿਦ, ਅਲਾਈ ਦਰਵਾਜ਼ਾ, ਸ੍ਰੀ ਦਾ ਕਿਲ੍ਹਾ, ਹਜ਼ਾਰ ਖੰਭਾ ਮਹਿਲ। ਧਿਆਨ 'ਚ ਰੱਖਿਓ ਕਿਹਨੇ ਬਣਾਇਆ, ਅਲਾਉਦੀਨ ਖਿਲਜੀ ਨੇ। ਸਿਕੰਦਰ ਸਾਨੀ ਦੀ ਉਪਾਧੀ ਧਾਰਨ ਕਰਦਾ ਇਹ। ਜ਼ਿਆਉਦੀਨ ਵਰਨੀ ਦੀ ਲਿਖਤ ਹੈ ਤਰੀਖੇ ਫਿਰੋਜ਼ ਸ਼ਾਹੀ, ਉਹਦੇ ਤੋਂ ਸਾਨੂੰ ਅਲਾਉਦੀਨ ਖਲਜੀ ਦੀ ਆਰਥਿਕ ਨੀਤੀ ਦੀ ਜਾਣਕਾਰੀ ਮਿਲਦੀ ਹੈ। ਇਤਿਹਾਸਕ ਪੱਖੋਂ ਬਹੁਤ ਹੀ ਮਹੱਤਵਪੂਰਨ ਉਦੋਂ ਦਾ ਪ੍ਰਾਇਮਰੀ ਸੋਰਸ ਹੈ ਇਹ ਤਰੀਖੇ ਫਿਰੋਜ਼ ਸ਼ਾਹੀ, ਮੱਧਕਾਲ ਭਾਰਤ ਨੂੰ ਜਾਣਨ ਦੇ ਲਈ। ਦੀਵਾਨ ਏ ਵਜ਼ਾਰਤ, ਵਿੱਤ ਪ੍ਰਸ਼ਾਸਨ ਅਤੇ ਪ੍ਰਾਂਤੀ ਸੰਬੰਧੀ ਮਾਮਲੇ। ਪ੍ਰਸਿੱਧ ਮੰਤਰੀ ਹੈ ਜਿਹੜੇ ਇਹਦੇ, ਖਵਾਜਾ ਖਾਤਰ ਅਤੇ ਨੁਸਰਤ ਖਾਂ ਹੈ। ਦੀਵਾਨ ਏ ਅਰਜ ਸੈਨਾ ਵਿਭਾਗ ਦਾ ਮੁਖੀ ਹੈ, ਉਹਨੂੰ ਆਰਜ਼ੇ ਮਮਾਲਿਕ ਕਹਿੰਦੇ ਸੀ। ਦੀਵਾਨ ਏ ਅਰਜ ਹੈ ਜਿਹੜਾ ਉਹ ਸੈਨਾ ਵਿਭਾਗ ਹੈ, ਅਤੇ ਜਿਹੜਾ ਉਹਦਾ ਮੁਖੀ ਸੀ ਉਹਨੂੰ ਕਹਿੰਦੇ ਸੀ ਆਰਜ਼ੇ ਮਮਾਲਿਕ। ਦੀਵਾਨ ਏ ਇੰਸ਼ਾ ਜਿਹੜਾ ਉਹ ਸ਼ਾਹੀ ਪੱਤਰ ਵਿਭਾਗ ਸੀਗਾ ਜੀ। ਦੀਵਾਨ ਏ ਰਸਾਲਤ ਵਿਦੇਸ਼ ਕਾਰਜਾਂ ਦਾ ਮੰਤਰੀ ਸੀਗਾ। ਦੀਵਾਨ ਏ ਰਸਾਲਤ ਹੈ ਜਿਹੜਾ ਉਹ ਵਿਦੇਸ਼ ਕਾਰਜਾਂ ਦਾ ਮੰਤਰੀ ਸੀ। ਅਤੇ ਬਖਸ਼ੀ ਏ ਫੌਜ ਹੈ ਜਿਹੜਾ ਉਹ ਸੈਨਿਕ ਤਨਖਾਹ ਅਧਿਕਾਰੀ ਸੀ। ਕਾਜੀ ਉਲ ਕਜ਼ਾਤ ਆ ਜਿਹੜਾ ਉਹ ਨਿਆਂਇਕ ਵਿਭਾਗ ਦਾ ਅਧਿਕਾਰੀ ਸੀਗਾ ਜੀ। ਇਹ ਪੁਆਇੰਟਾਂ ਨੂੰ ਯਾਦ ਰੱਖਿਓ, ਇਹਨਾਂ ਦੇ ਵਿੱਚੋਂ ਸਿੱਧੇ ਕੁਐਸਚਨ ਆ ਸਕਦੇ ਆ। ਦੀਵਾਨ ਏ ਅਸ਼ਰਫ ਆਮਦਨ ਅਤੇ ਖਰਚੇ ਦਾ ਹਿਸਾਬ ਕਿਤਾਬ ਰੱਖਦਾ ਸੀ। ਦੀਵਾਨ ਏ ਕੋਹੀ ਖੇਤੀਬਾੜੀ ਵਿਭਾਗ ਸੀ। ਕੋਹੀ ਤੋਂ ਕਹੀ ਦਾ ਅੰਦਾਜ਼ਾ ਲਾ ਲਿਓ, ਕਹੀ ਖੇਤਾਂ ਦੇ ਵਿੱਚ ਚੱਲਦੀ ਹੈ, ਕਿਸਾਨੀ ਸੰਦ ਹੈ, ਤਾਂ ਖੇਤੀਬਾੜੀ ਵਿਭਾਗ ਦਾ ਮੰਤਰੀ ਸੀ। ਦੀਵਾਨ ਏ ਰਿਆਸਤ ਵਪਾਰ ਨਾਲ ਸੰਬੰਧਿਤ ਵਿਭਾਗ ਸੀਗਾ ਜੀ। ਸ਼ਾਨਾ ਏ ਮੰਡੀ ਅਨਾਜ ਮੰਡੀ ਦਾ ਮੁਖੀ ਸੀ। ਮੰਡੀਆਂ ਸਥਾਪਿਤ ਕਰਦਾ ਹੈ, ਖਰੀਦਣ ਦੇ ਲਈ ਅਨਾਜ ਦੇ ਮੁੱਲ ਨਿਰਧਾਰਿਤ ਕਰਦਾ ਹੈ। ਬਹੁਤ ਵੱਡੇ ਕੰਮ ਹੈ ਅਲਾਉਦੀਨ ਖਲਜੀ ਦੇ ਮੱਧਕਾਲ ਭਾਰਤ ਦੇ ਵਿੱਚ। ਮੱਧਕਾਲ ਭਾਰਤ ਦਾ ਸਭ ਤੋਂ ਮਹਾਨ ਸ਼ਾਸਕ। ਬਰੀਦ ਜਿਹੜਾ ਹੈਗਾ ਜੀ, ਤੁਰ ਫਿਰ ਕੇ ਬਾਜ਼ਾਰ ਦਾ ਨਿਰੀਖਣ ਕਰਦਾ ਸੀ। ਬਰੀਦ ਇੱਕ ਅਧਿਕਾਰੀ ਸੀ ਜਿਹੜਾ ਤੁਰ ਫਿਰ ਕੇ ਬਾਜ਼ਾਰਾਂ ਨੂੰ ਦੇਖਦਾ ਸੀ ਕਿ ਸਾਰਾ ਕੁਝ ਸਹੀ ਚੱਲ ਰਿਹਾ, ਹੇਰਾ ਫੇਰੀ ਤਾਂ ਨਹੀਂ ਹੋ ਰਹੀ, ਕਿਤੇ ਕੋਈ ਘਾਟ ਵਾਧ ਤਾਂ ਨਹੀਂ, ਕਿਤੇ ਕੋਈ ਆਰਥਿਕ ਸੁਧਾਰਾਂ ਦੀ ਹੋਰ ਜ਼ਿਆਦਾ ਜ਼ਰੂਰਤ ਤਾਂ ਨਹੀਂ। ਸਾਮਰਾਜ ਦੇ ਵਿੱਚ ਜਿਹੜਾ ਇਹਦਾ ਸੀਗਾ ਟੋਟਲ 11 ਪ੍ਰਾਂਤ ਸੀਗੇ ਜੀ, ਅਤੇ ਪ੍ਰਾਂਤ ਦੇ ਮੁਖੀ ਨੂੰ ਸੂਬੇਦਾਰ ਕਹਿੰਦੇ ਸੀ। ਪ੍ਰਾਂਤਾਂ ਦੀ ਵੰਡ ਅੱਗੇ ਪਰਗਣਿਆਂ ਦੇ ਵਿੱਚ ਕੀਤੀ ਗਈ ਸੀ। ਜਿਵੇਂ ਹੁਣ ਪ੍ਰਾਂਤ ਹੈ ਜਿਹੜੀ, ਪ੍ਰਾਂਤ ਦੀ ਵੰਡ ਜ਼ਿਲ੍ਹਿਆਂ ਦੇ ਵਿੱਚ ਹੈ ਨਾ, ਉਵੇਂ ਪ੍ਰਾਂਤ ਦੀ ਵੰਡ ਭਾਵ ਸਟੇਟ ਦੀ ਵੰਡ ਹੈ ਜਿਹੜੀ ਉਸ ਟਾਈਮ 'ਤੇ ਪਰਗਣੇ ਦੇ ਵਿੱਚ ਕੀਤੀ ਗਈ ਸੀ। ਅਤੇ ਪਰਗਣੇ ਦਾ ਜਿਹੜਾ ਮੁਖੀ ਆ ਉਹ ਆਮਿਲ ਹੁੰਦਾ ਸੀ। ਭੂਮੀਕਰਨ ਨਿਰਧਾਰਿਤ ਕੀਤਾ ਗਿਆ ਸੀ 1/4 ਜਾਂ 1/3। ਅਲਾਉਦੀਨ ਨੇ ਇਹਨੂੰ 1/2 ਕਰਤਾ ਸੀ, ਭਾਵ ਅੱਧਾ ਤੁਹਾਡਾ ਅਤੇ ਅੱਧਾ ਸਾਡਾ ਸਰਕਾਰ ਦਾ। ਜਜ਼ੀਆ ਜਿਹੜਾ ਹੈਗਾ ਹਿੰਦੂਆਂ 'ਤੇ ਲਾਇਆ ਜਾਣ ਵਾਲਾ ਧਾਰਮਿਕ ਟੈਕਸ ਸੀਗਾ, ਹਿੰਦੂ ਧਰਮ ਦੇ ਲੋਕਾਂ ਤੋਂ ਵਸੂਲਿਆ ਜਾਂਦਾ ਸੀ। ਜਮਾਤ ਹੈ ਜਿਹੜਾ ਉਹ ਇਸਲਾਮ ਧਰਮ ਦੇ ਪ੍ਰਚਾਰ ਕਰਨ ਵਾਲਿਆਂ 'ਤੇ ਲਾਇਆ ਜਾਂਦਾ ਟੈਕਸ ਸੀ। ਇਸਲਾਮ ਧਰਮ ਦਾ ਜਿਹੜਾ ਪ੍ਰਚਾਰ ਕਰਦੇ ਸੀ ਉਹਨਾਂ 'ਤੇ ਜਿਹੜਾ ਟੈਕਸ ਲਾਇਆ ਜਾਂਦਾ ਸੀ ਉਹਨੂੰ ਜਮਾਤ ਕਹਿੰਦੇ ਸੀ। ਖਮਸ ਹੈਗਾ ਜੀ, ਯੁੱਧ ਤੋਂ ਜਿਹੜਾ ਧਨ ਪ੍ਰਾਪਤ ਹੁੰਦਾ ਸੀ ਉਹਦਾ 4/5 ਹਿੱਸਾ ਜਿਹੜਾ ਹੈਗਾ ਉਹ ਸਰਕਾਰ ਦਾ ਹੋ ਜਾਂਦਾ ਸੀ। ਬਾਕੀ ਹੈ ਜਿਹੜਾ ਉਹ ਜਿਹਨੇ ਯੁੱਧ 'ਚ ਪ੍ਰਾਪਤ ਕੀਤਾ ਉਹਨਾਂ ਨੂੰ ਜਾਂ ਉਹਦੇ ਸੈਨਿਕਾਂ ਦਾ, ਪਰ ਉਹਦਾ 4/5 ਹਿੱਸਾ ਜਿਹੜਾ ਹੈਗਾ ਉਹ ਖਮਸ ਯੁੱਧ ਤੋਂ ਪ੍ਰਾਪਤ ਲੁੱਟਮਾਰ ਦੇ ਧਨ ਦਾ ਟੈਕਸ ਹੁੰਦਾ ਸੀ। ਕੋਤਵਾਲ ਆ ਜਿਹੜਾ ਉਹ ਪੁਲਿਸ ਵਿਭਾਗ ਦਾ ਮੁਖੀ ਸੀ। ਕੋਤਵਾਲ ਪੁਲਿਸ ਵਿਭਾਗ ਦਾ ਮੁਖੀ ਸੀ, ਲਾਈਕ ਜਿਵੇਂ ਹੁਣ ਆਪਾਂ DIG ਹੈ ਨਾ, IG DIG ਆ ਗਏ, ਉਸ ਤਰ੍ਹਾਂ ਦਾ ਉਹਦਾ ਕੋਤਵਾਲ ਕਿਹਾ ਜਾਂਦਾ ਸੀ। ਖਾਲਸਾ ਜ਼ਮੀਨਾਂ ਸੀਗੀਆਂ ਜਿਹੜੀਆਂ ਉਹ ਸੁਲਤਾਨ ਦੀ ਮਾਲਕੀ ਸੀ ਉਹਨਾਂ 'ਤੇ। ਖਾਲਸਾ ਭੂਮੀ 'ਤੇ
ਸੁਲਤਾਨ ਦੀ ਮਾਲਕੀ ਸੀ। ਖਾਲਸਾ ਇੱਥੋਂ ਸਿੱਖੀਜ਼ਮ ਵਾਲਾ ਨਾ ਲਿਓ, ਇਹ ਖਾਲਸਾ ਜ਼ਮੀਨਾਂ ਭਾਵ ਕੀ ਹੈ, ਉਹ ਸੁਲਤਾਨ ਦੀ ਮਾਲਕੀ ਵਾਲੀਆਂ ਜ਼ਮੀਨਾਂ ਸੀ। ਵਸਤਾਂ ਦੀਆਂ ਕੀਮਤਾਂ ਤੈਅ ਕਰਤੀਆਂ ਸੀ ਇਹਨੇ ਵੀ, ਭਈ ਇੰਨੇ ਦੀ ਇਹ ਚੀਜ਼ ਹੋਊਗੀ, ਇੰਨੇ ਦੀ ਇਹ ਚੀਜ਼ ਹੋਊਗੀ। ਜਿਵੇਂ ਲਾਈਕ 7.5 ਜੇਤਲ ਦੀ ਕਣਕ ਸੀਗੀ। ਦਰਬਾਰ ਦਾ ਇਹਦਾ ਪ੍ਰਸਿੱਧ ਕਵੀ ਸੀ ਅਮੀਰ ਖੁਸਰੋ, ਇਹਦਾ ਨਾਂ ਸੀਗਾ ਤੂਤੀਏ ਹਿੰਦ, ਇਹਨੂੰ ਬੁਲਾਇਆ ਜਾਂਦਾ ਸੀ ਅਤੇ ਇਹਦੀ ਉਪਾਧੀ ਵੀ ਸੀ ਇਹ। ਇਹਦੀ ਰਚਨਾ ਹੈਗੀ ਹੈ ਜੀ ਤਰੀਖ ਏ ਇਲਾਈ। ਅਲਾਉਦੀਨ ਖਲਜੀ ਦੇ ਬਾਰੇ ਲਿਖਿਆ ਹੋਇਆ ਇਹਦੇ ਵਿੱਚ। ਅਲਾਉਦੀਨ ਖਲਜੀ ਦੇ ਜਿੱਤਾਂ ਬਾਰੇ, ਅਲਾਉਦੀਨ ਖਲਜੀ ਦੇ ਪ੍ਰਸ਼ਾਸਨਿਕ ਪ੍ਰਬੰਧ ਬਾਰੇ, ਅਲਾਉਦੀਨ ਖਿਲਜੀ ਦੇ ਕ੍ਰਿਸ਼ੀ ਪ੍ਰਬੰਧ ਬਾਰੇ, ਅਲਾਉਦੀਨ ਖਿਲਜੀ ਦੇ ਰਾਜਨੀਤਿਕ ਜਿਹੜੇ ਹੈਗੇ ਆ ਉਹਦੀਆਂ ਨੀਤੀਆਂ ਬਾਰੇ, ਉਹਦੇ ਸੈਨਾਪਤੀਆਂ ਬਾਰੇ ਕਿਤਾਬ ਦੇ ਵਿੱਚ ਲਿਖਿਆ ਤਰੀਖ ਏ ਇਲਾਈ ਹੈ। ਇਹਨੂੰ ਲਿਖਣ ਵਾਲਾ ਕੌਣ ਹੈ? ਤੂਤੀਏ ਹਿੰਦ। ਤੂਤੀਏ ਹਿੰਦ ਕਿਹਦੀ ਉਪਾਧੀ ਹੈ? ਅਮੀਰ ਖੁਸਰੋ ਦੀ। ਕਨਫਿਊਜ਼ 'ਚ ਨਾ ਰਿਓ, ਅਮੀਰ ਖੁਸਰੋ ਵੀ ਆ ਸਕਦਾ ਤੁਹਾਨੂੰ ਅਤੇ ਤੂਤੀਏ ਹਿੰਦ ਵੀ ਆ ਸਕਦਾ। ਤੂਤੀਏ ਹਿੰਦ ਅਮੀਰ ਖੁਸਰੋ ਦੀ ਉਪਾਧੀ ਹੈ ਅਤੇ ਰਚਨਾ ਇਹਦੀ ਹੈਗੀ ਹੈ ਜੀ ਤਰੀਖ ਏ ਇਲਾਈ। ਇਸ ਨੇ ਸਿਤਾਰ ਅਤੇ ਤਬਲੇ ਦੀ ਖੋਜ ਕੀਤੀ ਹੈ। ਬਹੁਤ ਵੱਡਾ ਯੋਗਦਾਨ ਹੈ ਸੰਗੀਤਕ ਦੁਨੀਆ ਦੇ ਵਿੱਚ ਸਿਤਾਰ ਅਤੇ ਤਬਲਾ। ਸਿਤਾਰ ਹੈ ਜਿਹੜੀ ਇਸਲਾਮ ਧਰਮ ਦੀ ਦੇਣ ਹੈ, ਅਫਗਾਨਾਂ ਦੀ ਦੇਣ, ਠੀਕ ਹੈ ਜੀ, ਅਤੇ ਤਬਲਾ ਵੀ। ਇਹਦੀ ਖੋਜ ਕਰਨ ਵਾਲਾ ਅਲਾਉਦੀਨ ਖਿਲਜੀ ਹੈ। ਦੂਜਾ ਪ੍ਰਸਿੱਧ ਵਿਦਵਾਨ ਹੈ ਜਿਹੜਾ, ਉਹ ਇਹਦੇ ਦਰਬਾਰ ਦੇ ਵਿੱਚ ਸੀਗਾ ਅਮੀਰ ਹਸਨ ਦੇਵਲੀ। ਅਮੀਰ ਹਸਨ ਦੇਵਲੀ ਪ੍ਰਸਿੱਧ ਵਿਦਵਾਨ ਸੀ ਇਹਦਾ, ਅਮੀਰ ਖੁਸਰੋ ਤੋਂ ਬਾਅਦ 'ਚ। ਅਲਾਉਦੀਨ ਦਿੱਲੀ ਸਲਤਨਤ ਦਾ ਸਭ ਤੋਂ ਮਹਾਨ ਸੁਲਤਾਨ ਸੀ, ਠੀਕ ਹੈ ਜੀ। ਅਲਾਉਦੀਨ ਦਿੱਲੀ ਸਲਤਨਤ ਦਾ ਸਭ ਤੋਂ ਮਹਾਨ ਸੁਲਤਾਨ ਸੀਗਾ। ਅਕਬਰ ਹੈ ਜਿਹੜਾ, ਉਹ ਮੁਗਲ ਕਾਲ ਦਾ, ਅਤੇ ਦਿੱਲੀ ਸਲਤਨਤ ਦੇ ਟਾਈਮ 'ਤੇ ਜਿਹੜਾ ਹੈਗਾ ਅਲਾਉਦੀਨ ਖਿਲਜੀ। ਬਹੁਤ ਵੱਡੇ ਜਿਹੜੇ ਹੈਗੇ ਆਪਾਂ ਕਹਿ ਸਕਦੇ ਹਾਂ ਕਿ ਬਾਹਰੀ ਸ਼ਾਸਕ ਹੈ ਜਿਹੜੇ ਭਾਰਤ ਤੋਂ ਬਾਹਰ ਆ ਕੇ ਵੀ ਭਾਰਤ ਦੇ ਵਿੱਚ ਰਿਫੋਰਮ ਕਰਦੇ ਆ, ਭਾਰਤ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਦੇ ਆ। 1316 ਈਸਵੀ ਤੋਂ 1320 ਤੱਕ ਸ਼ਹਾਬੂਦੀਨ ਉਮਰ, ਮੁਬਾਰਕ ਸ਼ਾਹ ਅਤੇ ਖੁਸਰੋ ਖਾਂ ਰਾਜੇ ਬਣਦੇ ਆ। ਇਹਨਾਂ 4 ਸਾਲਾਂ ਦੇ ਵਿੱਚ 3 ਰਾਜੇ ਹੁੰਦੇ ਆ। 1320 ਈਸਵੀ ਦੇ ਵਿੱਚ ਗਾਜੀ ਤੁਗਲਕ ਹੈ ਜਿਹੜਾ, ਉਹ ਖੁਸਰੋ ਖਾਂ ਨੂੰ ਕਤਲ ਕਰ ਦਿੰਦਾ ਹੈ ਅਤੇ ਖੁਦ ਨੂੰ ਸੁਲਤਾਨ ਘੋਸ਼ਿਤ ਕਰ ਦਿੰਦਾ ਹੈ। ਇਸ ਤਰ੍ਹਾਂ ਖਿਲਜੀ ਵੰਸ਼ ਦਾ ਪਤਨ ਹੋ ਜਾਂਦਾ ਹੈ ਅਤੇ ਤੁਗਲਕ ਵੰਸ਼ ਦੀ ਜਿਹੜੀ ਹੈਗੀ ਹੈ ਜੀ ਸ਼ੁਰੂਆਤ ਹੋ ਜਾਂਦੀ ਹੈ, ਠੀਕ ਹੈ ਜੀ। ਸੋ ਇਹ ਨੋਟਸ ਸੀਗੇ ਜਿਹੜੇ ਤੁਹਾਡੇ ਲਈ ਲਾਹੇਵੰਦ ਸਿੱਧ ਹੋਏ ਹੋਣਗੇ। ਇਹ ਆਪਣੀ ਅੱਜ ਦੀ ਕਲਾਸ ਸੀਗੀ। ਜੇਕਰ ਹਜੇ ਤੱਕ ਵੀ ਤੁਸੀਂ ਸਾਡਾ ਚੈਨਲ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਨਹੀਂ ਕਰ ਰਹੇ ਤਾਂ ਕਿਰਪਾ ਕਰਕੇ ਉਸ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਤਾਂ ਕਿ ਆਪਣਾ ਜਿਹੜਾ ਕੁਨਬਾ ਹੈ ਉਹ ਵੱਡਾ ਹੋ ਸਕੇ, ਹੋਰ ਲੋਕਾਂ ਨੂੰ ਵੀ ਲਾਹਾ ਮਿਲ ਸਕੇ। ਨੋਟਸਾਂ ਦੀ ਪ੍ਰਾਪਤੀ ਦੇ ਲਈ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵਟਸਐਪ, ਟੈਲੀਗ੍ਰਾਮ ਅਤੇ ਫੇਸਬੁੱਕ ਲਿੰਕ ਦਿੱਤਾ ਹੋਇਆ। ਤੁਸੀਂ ਸਾਨੂੰ ਵਟਸਐਪ ਦੇ ਥਰੂ ਮੈਸੇਜ ਕਰਕੇ ਨੋਟਸਾਂ ਦੀ ਪ੍ਰਾਪਤੀ ਕਰ ਸਕਦੇ ਹੋ। ਵਟਸਐਪ ਨੰਬਰ ਹੈ ਜਿਹੜਾ, ਉਹ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਵੇਗਾ ਇਸ ਵੀਡੀਓ ਦੇ ਲਾਸਟ, ਯਾਨੀ ਕਿ ਹੁਣੇ ਹੀ, ਬਸ 1 2 3 4 ਸੈਕਿੰਡ ਦੇ ਵਿੱਚ ਹੀ। ਸੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਫॉर ਵਾਚਿੰਗ। GN